ਭਾਰਤੀ ਸਿੱਖਿਆ ਪ੍ਰਣਾਲੀ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਵਿੱਚ ਘਿਰੀ ਰਹੀ ਹੈ। ਬਹੁਤ ਸਾਰੇ ਬੁੱਧੀਜੀਵੀ ਸਿੱਖਿਆ ਖੇਤਰ ਨਾਲ ਜੁੜੇ ਹੋਏ ਲੋਕ ਹਮੇਸ਼ਾ ਹੀ ਇਸ ਵਿੱਚ ਬਦਲਾਵ ਦੀਆਂ ਗੱਲਾਂ ਕਰਦੇ ਰਹੇ ਨੇ ਤਾਂ ਕਿ ਅਗਲੀ ਪੀੜ੍ਹੀ ਨੂੰ ਅੱਜ ਦੇ ਸਮੇਂ ਦੇ ਅਨੁਸਾਰ ਤਿਆਰ ਕੀਤਾ ਜਾ ਸਕੇ, ਭਵਿੱਖ ਦੇ ਲਈ ਤਿਆਰ ਕੀਤਾ ਜਾ ਸਕੇ। ਸਿੰਗਾਪੁਰ, ਜਰਮਨੀ, ਅਮਰੀਕਾ ਅਤੇ ਸਵਿਟਜ਼ਰਲੈਂਡ ਵਰਗੇ ਵਿਕਸਿਤ ਦੇਸ਼ਾਂ ਜਿਹੀ ਸਿੱਖਿਆ ਪ੍ਰਣਾਲੀ ਤਿਆਰ ਕਰਨ ਦੇ ਲਈ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਆਖਿਰਕਾਰ ਇਹ ਕੋਸ਼ਿਸ਼ਾਂ ਰੰਗ ਲਿਆਈਆਂ ਅਤੇ 34 ਸਾਲਾਂ ਦੇ ਬਾਅਦ ਭਾਰਤ ਸਰਕਾਰ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ, ਸਿੱਖਿਆ ਪਾਲਿਸੀ 2020। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਅੰਮ੍ਰਿਤ ਜੱਸਲ ਅਤੇ ਅੱਜ ਆਪਾਂ ਗੱਲ ਕਰਾਂਗੇ ਨਵੀਂ ਸਿੱਖਿਆ ਨੀਤੀ ਬਾਰੇ। ਸਰਕਾਰ ਵੱਲੋਂ ਇਸ ਨੀਤੀ ਦੇ ਲਿਆਂਦੇ ਜਾਣ ਤੋਂ ਬਾਅਦ ਜ਼ਿਆਦਾਤਰ ਲੋਕ ਇਸ ਨੂੰ ਸਮਝਣ ਦੇ ਵਿੱਚ ਅਸਮਰੱਥ ਹਨ। ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਸਿੱਖਿਆ ਨੀਤੀ ਦੇ ਚੰਗੇ ਅਤੇ ਮਾੜੇ ਦੋਨੇ ਪਾਸਿਆਂ ਬਾਰੇ ਤੁਹਾਨੂੰ ਸਮਝਾ ਸਕਾਂ। ਪਹਿਲਾਂ ਗੱਲ ਕਰਦੇ ਹਾਂ ਚੰਗੇ ਪੱਖ ਦੀ। ਇਸ ਸਿੱਖਿਆ ਨੀਤੀ ਦੇ ਆਉਣ ਨਾਲ ਇੱਕ ਵਾਰ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਰਾਮ ਲੱਗ ਗਿਆ ਹੈ ਜਿਨ੍ਹਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾਂਦਾ ਸੀ, ਜਿਨ੍ਹਾਂ ਦੇ ਆਧਾਰ ਦੇ ਉੱਤੇ ਸਰਕਾਰ ਨੂੰ ਘੇਰ ਰਹੇ ਸੀ ਲੋਕ। ਪਹਿਲ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਵਧੀਆ ਸਿੱਖਿਆ ਨੀਤੀ ਲਿਆਂਦੀ ਗਈ ਹੈ ਜੇਕਰ ਸਹੀ ਰੂਪ ਦੇ ਨਾਲ ਇਸ ਨੂੰ ਲਾਗੂ ਵੀ ਕਰ ਦਿੱਤਾ ਜਾਵੇ। ਆਓ ਜਾਣਦੇ ਹਾਂ ਇਸ ਨੀਤੀ ਵਿੱਚ ਸਹੀ ਕੀ ਹੈ। ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਸਾਡਾ ਮੌਜੂਦਾ ਸਿੱਖਿਆ ਸਿਸਟਮ ਹੈ ਉਹ 10ਵੀਂ ਤੋਂ ਬਾਅਦ ਵਿਦਿਆਰਥੀਆਂ ਨੂੰ 3 ਕੈਟਾਗਰੀਜ਼ ਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦਾ ਹੈ: ਸਾਇੰਸ, ਕਾਮਰਸ ਅਤੇ ਹਿਊਮੈਨਿਟੀਜ਼, ਜਿਸ ਨੂੰ ਸਾਡੇ ਆਮ ਤੌਰ ਦੇ ਉੱਤੇ ਆਰਟਸ ਵੀ ਕਹਿ ਦਿੰਦੇ ਨੇ। ਅਤੇ ਇਹ ਇੱਕ ਬੜਾ ਹੀ ਅਜੀਬ ਜਿਹਾ ਕੰਮ ਹੈ ਕਿਉਂਕਿ ਜੇ ਤੁਸੀਂ ਇੱਕ ਸਟਰੀਮ ਲੈ ਲਈ ਤਾਂ ਤੁਸੀਂ ਕੋਈ ਦੂਸਰਾ ਸਬਜੈਕਟ ਨਹੀਂ ਪੜ੍ਹ ਸਕਦੇ। ਤੁਹਾਨੂੰ ਉਸ ਸਟਰੀਮ ਦੇ ਜਿਹੜੇ ਸਾਰੇ ਸਬਜੈਕਟ ਆ ਉਹ ਤੁਹਾਨੂੰ ਪੜ੍ਹਨੇ ਪੈਣਗੇ। ਦੂਜੀ ਸਟਰੀਮ ਦੇ ਜਿਹੜੇ ਸਬਜੈਕਟ ਨੇ ਉਹ ਤੁਸੀਂ ਨਹੀਂ ਪੜ੍ਹ ਸਕਦੇ। ਭਾਵ ਜੇ ਤੁਸੀਂ ਕਮਰਸ ਲੈ ਲਈ ਤਾਂ ਤੁਸੀਂ ਸਾਇੰਸ ਦੇ ਸਬਜੈਕਟ ਨਹੀਂ ਪੜ੍ਹ ਸਕਦੇ। ਪਰ ਆਮ ਤੌਰ 'ਤੇ ਜਿਹੜੇ ਵਿਦਿਆਰਥੀਆਂ ਦੀ ਜਿਹੜੀ ਰੁਚੀ ਹੈ ਉਹ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਹੁੰਦੀ ਹੈ। ਜਿਵੇਂ ਜੇਕਰ ਮੈਂ ਆਪਣੀ ਖੁਦ ਦੀ ਗੱਲ ਕਰਾਂ ਤਾਂ ਜਦੋਂ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਮੈਂ ਕਮਰਸ ਸਟਰੀਮ ਲਈ ਹੋਈ ਸੀ, ਪਰ BCom ਕਰਦੇ ਸਮੇਂ ਜਿਹੜਾ ਮੇਰਾ ਇੰਟਰਸਟ ਹੈ ਉਹ ਕੰਪਿਊਟਰ ਦੇ ਵਿੱਚ ਵੀ ਸੀ ਅਤੇ ਤਕਨੀਕ ਨਾਲ ਜਿਹੜੇ ਜੁੜੇ ਹੋਏ ਹੋਰ ਵਿਸ਼ੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਸੀ। ਪਰ ਸਾਡਾ ਜਿਹੜਾ ਸਿੱਖਿਆ ਸਿਸਟਮ ਹੈ ਉਹ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਉਹ ਮੈਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਨਹੀਂ ਸੀਗਾ ਕਿ ਮੈਂ ਅਕਾਊਂਟਸ ਦੇ ਨਾਲ ਇਕਨੋਮਿਕਸ ਦੇ ਨਾਲ ਕੰਪਿਊਟਰ ਪ੍ਰੋਗਰਾਮਿੰਗ ਵੀ ਪੜ੍ਹ ਸਕਾਂ। ਹੁਣ ਚੰਗੀ ਗੱਲ ਇਹ ਹੈ ਕਿ ਸਿੱਖਿਆ ਨੀਤੀ 2020 ਦੇ ਵਿੱਚ ਇਸ ਚੀਜ਼ ਨੂੰ ਬਦਲ ਦਿੱਤਾ ਗਿਆ ਹੈ। ਹੁਣ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਫਲੈਕਸੀਬਿਲਿਟੀ ਮਿਲ ਗਈ ਹੈ। ਇਸ ਐਜੂਕੇਸ਼ਨ ਪੋਲਿਸੀ ਦੇ ਲਾਗੂ ਹੋਣ ਦੇ ਨਾਲ ਵਿਦਿਆਰਥੀ ਆਪਣੀ ਮਰਜ਼ੀ ਦੇ ਨਾਲ ਸਬਜੈਕਟਾਂ ਦਾ ਜਿਹੜਾ ਸਬਜੈਕਟਸ ਦਾ ਕੰਬੀਨੇਸ਼ਨ ਬਣਾ ਸਕਣਗੇ। ਸਟੂਡੈਂਟ ਹੁਣ ਹਿਸਟਰੀ ਦੇ ਨਾਲ ਫਿਜ਼ਿਕਸ ਵੀ ਪੜ੍ਹ ਸਕੇਗਾ, ਅਕਾਊਂਟਸ ਦੇ ਨਾਲ ਕੈਮਿਸਟਰੀ ਪੜ੍ਹ ਸਕੇਗਾ। ਹੁਣ ਉਹਨਾਂ ਦੇ ਕੋਲੇ ਜਿਹੜਾ ਚੁਆਇਸ ਜ਼ਿਆਦਾ ਵੱਧ ਗਈ ਹੈ। ਸਾਇੰਸ, ਕਮਰਸ ਅਤੇ ਆਰਟਸ ਦੇ ਸਬਜੈਕਟ ਉਹ ਇਕੱਠੇ ਪੜ੍ਹ ਸਕਿਆ ਕਰਨਗੇ। ਇਹ ਇੱਕ ਬਹੁਤ ਹੀ ਵਧੀਆ ਚੀਜ਼ ਹੈ। ਇਸ ਦੇ ਨਾਲ ਵਿਦਿਆਰਥੀ ਜਿਹੜੇ ਆਪਣੀ ਰੁਚੀ ਦੇ ਹਿਸਾਬ ਨਾਲ ਜਿਸ ਚੀਜ਼ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ ਉਸ ਚੀਜ਼ ਦੇ ਨਾਲ ਉਹ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਵਿਕਸਿਤ ਕਰ ਸਕਣਗੇ। ਜਿਹੜੀ ਆਪਣੀ ਪੜ੍ਹਾਈ ਹੈ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਪੂਰੀ ਕਰ ਸਕਣਗੇ। ਦੂਜਾ ਬਦਲਾਅ ਜੋ ਇਸ ਸਿੱਖਿਆ ਨੀਤੀ ਦੇ ਵਿੱਚ ਕੀਤਾ ਗਿਆ ਹੈ ਉਹ ਹੈ ਪੁਰਾਣੇ 10+2 ਸਿਸਟਮ ਨੂੰ ਬਦਲ ਕੇ 5+3+3+4 ਸਿਸਟਮ ਲਿਆਂਦਾ ਗਿਆ ਹੈ। ਕੀ ਹੈ ਇਹ 5+3+3+4 ਸਿਸਟਮ? ਇਹਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਲੋਕ ਕਨਫਿਊਜ਼ ਨੇ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਇਹ ਹੈ ਕੀ ਹੈ। ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਸਮਝਾਉਣ ਦੀ ਕਿ ਇਹ ਕੀ ਹੈ। ਬਾਹਰਲੇ ਵਿਕਸਿਤ ਮੁਲਕਾਂ ਦੇ ਵਿੱਚ ਤਕਰੀਬਨ ਇਹੀ ਸਿਸਟਮ ਚੱਲਦਾ ਹੈ। 10+2 ਸਿਸਟਮ ਜਿਹੜਾ ਹੈਗਾ 10+2 ਵਾਲਾ ਸਿਸਟਮ ਦੇ ਵਿੱਚ ਜਿਹੜੀ ਪੜ੍ਹਾਈ ਹੁੰਦੀ ਸੀ ਸ਼ੁਰੂ ਉਹ 6 ਸਾਲ ਦੀ ਉਮਰ ਦੇ ਵਿੱਚ ਹੁੰਦੀ ਸੀ। ਪਰ ਹੁਣ ਇਸ ਨਵੇਂ ਸਿਸਟਮ ਦੇ ਵਿੱਚ ਪੜ੍ਹਾਈ 3 ਸਾਲ ਦੀ ਉਮਰ ਤੋਂ ਸ਼ੁਰੂ ਹੋ ਜਾਇਆ ਕਰੇਗੀ। ਪਹਿਲੇ 3 ਸਾਲ ਦੀ ਜਿਹੜੀ ਪੜ੍ਹਾਈ ਹੈ ਉਹ ਪ੍ਰੀ ਸਕੂਲ ਹੋਵੇਗੀ ਅਤੇ ਅਗਲੇ 2 ਸਾਲ ਫਸਟ ਅਤੇ ਜਿਹੜੀ ਸੈਕੰਡ ਕਲਾਸ ਹੋਵੇਗੀ। ਉਸ ਤੋਂ ਅਗਲੇ 3 ਸਾਲ ਪ੍ਰੈਪਰੇਟਰੀ ਸਟੇਜ ਹੋਵੇਗੀ ਜਿਸ ਦੇ ਵਿੱਚ ਬੱਚਿਆਂ ਨੂੰ ਖੇਡਾਂ ਅਤੇ ਹੋਰ ਐਕਟੀਵਿਟੀਜ਼ ਦੇ ਰਾਹੀਂ ਪੜ੍ਹਾਇਆ ਜਾਵੇਗਾ। ਮਤਲਬ ਕਿ ਰੱਟੇ ਵਾਲੀਆਂ ਜਿਹੜੀਆਂ ਕਿਤਾਬਾਂ ਦਾ ਬੋਝ ਹੈ ਉਹ ਬੱਚਿਆਂ ਦੇ ਸਿਰ ਤੋਂ ਲੱਥੇਗਾ। ਉਸ ਤੋਂ ਬਾਅਦ 6ਵੀਂ ਤੋਂ ਲੈ ਕੇ 9ਵੀਂ ਕਲਾਸ ਤੱਕ ਮਿਡਲ ਸਟੇਜ ਮੰਨਿਆ ਗਿਆ ਹੈ ਜਿਸ ਦੇ ਵਿੱਚ ਤਜਰਬਾ ਬੇਸਡ ਪ੍ਰੈਕਟੀਕਲ ਲਰਨਿੰਗ ਦੇ ਉੱਤੇ ਫੋਕਸ ਕੀਤਾ ਜਾਵੇਗਾ ਜੋ ਕਿ ਸਾਇੰਸ, ਮੈਥਸ, ਸੋਸ਼ਲ ਸਾਇੰਸ ਅਤੇ ਹਿਊਮੈਨਿਟੀਜ਼ ਵਿਸ਼ੇ ਦੇ ਉੱਤੇ ਆਧਾਰਿਤ ਹੋਣਗੀਆਂ। ਭਾਵ ਕਿਤਾਬੀ ਜਿਹੜਾ ਬੋਝ ਹੈ ਉਹ ਇਸ ਸਟੇਜ ਦੇ ਵਿੱਚ ਵੀ ਘੱਟ ਰਹੇਗਾ। ਉਸ ਤੋਂ ਬਾਅਦ ਅਗਲੀ ਸਟੇਜ ਆਵੇਗੀ 9ਵੀਂ ਤੋਂ ਲੈ ਕੇ 12ਵੀਂ ਕਲਾਸ ਵਾਲੀ ਜਿਸ ਨੂੰ ਸੈਕੰਡਰੀ ਸਟੇਜ ਕਿਹਾ ਗਿਆ ਹੈ। ਇਸ ਸਟੇਜ ਦੇ ਵਿੱਚ ਵਿਦਿਆਰਥੀਆਂ ਲਈ ਜ਼ਿਆਦਾ ਲਚਕੀਲਾਪਣ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਕੋਲ ਹੁਣ ਚੁਆਇਸ ਜ਼ਿਆਦਾ ਵੱਧ ਜਾਏਗੀ ਜਿਸ ਦੇ ਵਿੱਚ ਵੋਕੇਸ਼ਨਲ ਟ੍ਰੇਡ ਲੈਣੇ ਉਹਨਾਂ ਨੂੰ ਸੌਖੇ ਹੋ ਜਾਣਗੇ। ਵੈਲਡਿੰਗ, ਇਲੈਕਟ੍ਰੀਸ਼ੀਅਨ, ਕਾਰਪੈਂਟਰ ਅਤੇ ਪਲੰਬਿੰਗ ਵਰਗੇ ਜਿਹੜੇ ਜੌਬਸ ਨੇ ਉਹ ਆਮ ਜ਼ਿੰਦਗੀ ਦੇ ਵਿੱਚ ਜ਼ਿਆਦਾ ਨੌਕਰੀਆਂ ਦੀਆਂ ਹੁੰਦੀਆਂ ਨੇ। ਇਸ ਪਾਸੇ ਵੱਲ ਸਰਕਾਰ ਨੇ ਬਹੁਤ ਜ਼ਿਆਦਾ ਧਿਆਨ ਦਿੱਤਾ, ਵਿਸ਼ੇਸ਼ ਧਿਆਨ ਇਸ ਪਾਸੇ ਵੱਲ ਦਿੱਤਾ ਗਿਆ ਹੈ। 6ਵੀਂ ਕਲਾਸ ਤੋਂ ਹੀ ਜਿਹੜੇ ਵੋਕੇਸ਼ਨਲ ਟ੍ਰੇਡਸ ਨੇ ਇਹਨਾਂ ਦੀ ਟ੍ਰੇਨਿੰਗ ਵਿਦਿਆਰਥੀਆਂ ਨੂੰ ਦਿੱਤੀ ਜਾਵੇ। ਹਰੇਕ ਕਲਾਸ ਦੇ ਵਿੱਚ 10 ਦਿਨ ਬੈਗਲੈਸ ਪੀਰੀਅਡ ਰੱਖਿਆ ਗਿਆ ਹੈ ਜਿਹਦੇ ਵਿੱਚ ਬੱਚੇ ਕਿਤਾਬਾਂ ਵੀ ਨਹੀਂ ਲੈ ਕੇ ਜਾਣਗੇ ਅਤੇ ਬਸਤੇ ਵੀ ਨਾਲ ਨਹੀਂ ਲੈ ਕੇ ਜਾਣਗੇ। ਇਹਦੇ ਵਿੱਚ ਤਰਖਾਣੀ, ਵੈਲਡਿੰਗ ਅਤੇ ਬਾਗਵਾਨੀ ਜਿਹੇ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਸਿਖਾਇਆ ਜਾਏਗਾ। ਪ੍ਰੈਕਟੀਕਲ ਟ੍ਰੇਨਿੰਗ ਇਹਨਾਂ ਚੀਜ਼ਾਂ ਦੀ ਦਿੱਤੀ ਜਾਏਗੀ। ਇਹਨਾਂ 10 ਦਿਨਾਂ ਤੋਂ ਬਾਅਦ ਵੀ ਇਹਨਾਂ ਵਿਸ਼ਿਆਂ ਦੇ ਪ੍ਰੈਕਟੀਕਲ ਕਰਾਉਣ ਦੇ ਉੱਤੇ ਖਾਸ ਤੌਰ 'ਤੇ ਫੋਕਸ ਕੀਤਾ ਜਾਏਗਾ।
ਇਹ ਇੱਕ ਸਹੀ ਦਿਸ਼ਾ ਦੇ ਵਿੱਚ ਕਦਮ ਚੁੱਕਿਆ ਹੈ ਜੋ ਅੱਜ ਦੇ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੇ ਵਿਕਸਿਤ ਦੇਸ਼ ਨੇ, ਡਿਵੈਲਪਡ ਦੇਸ਼ ਹੈਗੇ ਨੇ, ਉਹਨਾਂ ਵਿੱਚ ਇਹ ਪ੍ਰੈਕਟੀਕਲ ਸਿੱਖਿਆ ਪਹਿਲਾਂ ਤੋਂ ਹੀ ਚੱਲ ਰਹੀ ਹੈ। ਉਹਨਾਂ ਨੇ ਪਹਿਲਾਂ ਤੋਂ ਹੀ ਧਿਆਨ ਦਿੱਤਾ ਸੀ ਇਸ ਚੀਜ਼ ਦੇ ਉੱਤੇ। ਇਸ ਤੋਂ ਬਿਨਾਂ 6ਵੀਂ ਕਲਾਸ ਤੋਂ ਕੰਪਿਊਟਰ ਪ੍ਰੋਗਰਾਮਿੰਗ ਵੀ ਸਿਖਾਉਣ ਦੀ ਗੱਲ ਕਹੀ ਗਈ ਹੈ ਇਸ ਨੀਤੀ ਦੇ ਵਿੱਚ। ਨਾਲ ਹੀ ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਜਿਹੜੀ ਮਹੱਤਤਾ ਹੈ ਉਹ ਘਟਾ ਦਿੱਤੀ ਗਈ ਹੈ। ਸਕੂਲਾਂ ਦਾ ਬੋਰਡ ਐਫੀਲੀਏਸ਼ਨ ਸਿਸਟਮ ਹੈ ਉਹ ਖਤਮ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਕੋਲ ਆਪਣੀ ਮਰਜ਼ੀ ਨਾਲ ਸਿੱਖਿਆ ਬੋਰਡ ਚੁਣਨ ਦੀ ਇਸ ਵੇਲੇ ਚੁਆਇਸ ਹੋਏਗੀ। ਇਹਦੇ ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਲਾਗੂ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਹੋਰ ਬਹੁਤ ਵੱਡਾ ਬਦਲਾਅ ਇਹਦੇ ਵਿੱਚ ਕੀਤਾ ਗਿਆ ਹੈ। ਪੂਰੇ ਸਾਲ ਦੀ ਪੜ੍ਹਾਈ ਦਾ ਰਿਪੋਰਟ ਕਾਰਡ ਨਵੇਂ ਤਰੀਕੇ ਦੇ ਨਾਲ ਤਿਆਰ ਹੋਵੇਗਾ। ਜਿੱਥੇ ਪਹਿਲਾਂ ਸਿਰਫ ਅਧਿਆਪਕ ਦੀ ਅਸੈਸਮੈਂਟ ਹੁੰਦੀ ਸੀ ਬੱਚੇ ਦੀ ਪਰਫਾਰਮੈਂਸ ਨੂੰ ਲੈ ਕੇ ਕਿ ਪੂਰੇ ਸਾਲ ਦੇ ਵਿੱਚ ਬੱਚੇ ਨੇ ਕੀ ਕੀਤਾ ਹੈ, ਉੱਥੇ ਹੁਣ ਵਿਦਿਆਰਥੀ ਅਧਿਆਪਕ ਦੇ ਨਾਲ ਨਾਲ ਖੁਦ ਦੀ ਅਸੈਸਮੈਂਟ ਕਰੇਗਾ। ਸੈਲਫ ਅਸੈਸਮੈਂਟ, ਸਿਰਫ ਉਹ ਖੁਦ ਦੀ ਅਸੈਸਮੈਂਟ ਨਹੀਂ ਕਰੇਗਾ, ਉਹਦੀ ਕਲਾਸ ਦੇ ਜਿਹੜੇ ਵਿਦਿਆਰਥੀ ਨੇ, ਉਹਦੇ ਕਲਾਸਮੇਟਸ ਨੇ, ਉਹ ਵੀ ਉਹਦੀ ਅਸੈਸਮੈਂਟ ਕਰਨਗੇ ਕਿ ਇਸ ਵਿਦਿਆਰਥੀ ਨੇ ਇਸ ਤਰੀਕੇ ਦੀ ਪਰਫਾਰਮੈਂਸ ਦਿੱਤੀ ਹੈ ਇਸ ਸਾਲ ਦੇ ਵਿੱਚ। ਇਹ ਸਟੈਪ ਸੁਣਨ ਨੂੰ ਬੜਾ ਅਜੀਬ ਜਿਹਾ ਲੱਗਦਾ ਹੈ, ਪਰ ਅਸਲ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਖੁਦ ਦੀ ਅਸੈਸਮੈਂਟ ਖੁਦ ਹੀ ਕਰਦੇ ਹਾਂ, ਖੁਦ ਹੀ ਆਂਕਦੇ ਹਾਂ ਅਸੀਂ ਆਪਣੇ ਆਪ ਨੂੰ। ਪੜ੍ਹਾਈ ਤੋਂ ਬਾਅਦ ਜਦੋਂ ਅਸੀਂ ਕਾਰੋਬਾਰ ਕਰਦੇ ਹਾਂ ਜਾਂ ਕੋਈ ਕੰਮ ਕਰਦੇ ਹਾਂ ਤਾਂ ਦੂਜਾ ਕੋਈ ਨਹੀਂ ਹੁੰਦਾ ਸਾਨੂੰ ਇਹ ਦੱਸਣ ਵਾਲਾ ਕਿ ਅਸੀਂ ਕੀ ਕਰ ਰਹੇ ਹਾਂ, ਅਸੀਂ ਸਹੀ ਕਰ ਰਹੇ ਹਾਂ ਜਾਂ ਅਸੀਂ ਗਲਤ ਕਰ ਰਹੇ ਹਾਂ। ਆਪਣੇ ਘਾਟੇ ਵਾਧੇ ਦਾ ਹਿਸਾਬ ਅਸੀਂ ਖੁਦ ਹੀ ਲਗਾਉਣੇ ਆ। ਆਪਣੀਆਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਅਸੀਂ ਖੁਦ ਹੀ ਕਰਦੇ ਹਾਂ। ਬੱਚਿਆਂ ਨੂੰ 6ਵੀਂ ਕਲਾਸ ਤੋਂ ਹੀ ਇਹ ਆਦਤ ਪਾਈ ਜਾ ਰਹੀ ਹੈ। ਜ਼ਿੰਦਗੀ ਵਿੱਚ ਜ਼ਿਆਦਾ ਪ੍ਰੈਕਟੀਕਲ ਤਰੀਕੇ ਨਾਲ ਉਹਨਾਂ ਨੂੰ ਜੀਣ ਦੇ ਲਈ ਜਾਂਚ ਸਿਖਾਈ ਜਾਵੇਗੀ। ਸ਼ੁਰੂ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਵੇਗਾ ਤੁਸੀਂ ਆਪਣੀ ਪਰਫਾਰਮੈਂਸ ਨੂੰ ਸੈਲਫ ਇਵੈਲੂਏਟ ਕਰੋ ਅਤੇ ਦੇਖੋ ਦੂਜੇ ਬੱਚੇ ਤੁਹਾਡੇ ਬਾਰੇ ਕੀ ਸੋਚਦੇ ਨੇ। ਇੱਕ ਹੋਰ ਬਹੁਤ ਵੱਡਾ ਬਦਲਾਅ ਲਿਆਂਦਾ ਗਿਆ ਹੈ ਕਿ ਹੁਣ ਕੁੱਲ GDP ਦਾ ਘੱਟੋ ਘੱਟ 6% ਹਿੱਸਾ ਸਿੱਖਿਆ ਉੱਪਰ ਖਰਚਿਆ ਜਾਵੇਗਾ, ਜਦੋਂ ਕਿ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜੀ ਰਾਸ਼ੀ ਹੈ ਉਹ 3% ਹੈ। ਭਾਵ ਸਿੱਖਿਆ ਬਜਟ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਵਧੀਆ ਗੱਲ ਹੈ ਕਿ ਸਿੱਖਿਆ ਦੇ ਉੱਤੇ ਪੈਸਾ ਖਰਚਿਆ ਜਾਵੇਗਾ। ਬਹੁਤ ਲੋਕਾਂ ਨੂੰ ਸਵਾਲ ਚੱਕੇ ਜਾਂਦੇ ਸੀ ਕਿ ਸਿੱਖਿਆ ਦੇ ਉੱਪਰ ਸਰਕਾਰ ਪੈਸਾ ਨਹੀਂ ਖਰਚਦੀ, ਪਰ ਅਸਲ ਦੇ ਵਿੱਚ ਇਹ ਖਰਚਦੀ ਕਿਵੇਂ ਹੈ ਜਾਂ ਖਰਚਾ ਹੁੰਦਾ ਕਿਵੇਂ ਹੈ। ਸਰਕਾਰੀ ਅਧਿਕਾਰੀ ਕਿਤੇ ਇਕੱਲੇ ਕਾਗਜ਼ਾਂ ਦਾ ਢਿੱਡ ਭਰ ਕੇ ਨਾ ਸਾਰ ਦੇਣ, ਇਹ ਅਸਲ ਦੇ ਵਿੱਚ ਪੈਸਾ ਜ਼ਮੀਨੀ ਪੱਧਰ 'ਤੇ ਖਰਚਿਆ ਵੀ ਜਾਵੇਗਾ ਕਿ ਨਹੀਂ, ਇਹ ਸਭ ਤੋਂ ਵੱਡੀ ਗੱਲ ਹੈ। ਭਾਰਤੀ ਸਿੱਖਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਢੇਰ ਸਾਰੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਫੜਾ ਦਿੱਤੀਆਂ ਜਾਂਦੀਆਂ ਨੇ ਕਿ ਪੜ੍ਹੋ, ਰੱਟੇ ਮਾਰੋ ਅਤੇ ਦੇ ਦਿਓ ਪੇਪਰ। ਕੋਈ ਸਿਖਾਉਣ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਜਾਂਦਾ। ਪ੍ਰੈਕਟੀਕਲ ਐਜੂਕੇਸ਼ਨ ਜ਼ੀਰੋ, ਸਿਰਫ ਯਾਦ ਕਰਨ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀ। ਇਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਐਗਜ਼ਾਮ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਜਾਣਗੇ ਕਿ ਜ਼ਿਆਦਾ ਯਾਦ ਕਰਨ ਦੀ ਲੋੜ ਨਾ ਪਵੇ। ਜੋ ਸਿੱਖਿਆ ਹੈ ਉਸ ਦੇ ਆਧਾਰ ਦੇ ਉੱਤੇ ਹੀ ਪੇਪਰ ਹੋਣਗੇ, ਪਰ ਇਹਦੇ ਬਾਰੇ ਕੋਈ ਜ਼ਿਆਦਾ ਦੱਸਿਆ ਨਹੀਂ ਗਿਆ, ਸਾਫ਼ ਨਹੀਂ ਕੀਤਾ ਗਿਆ ਕਿ ਕਿਵੇਂ ਸੰਭਵ ਹੋਵੇਗਾ। ਇਹੀ ਉਮੀਦ ਰੱਖੀ ਜਾ ਸਕਦੀ ਹੈ ਕਿ ਇਸ ਬਾਰੇ ਵੀ ਕੁਝ ਵਧੀਆ ਹੀ ਸੋਚਿਆ ਜਾਵੇਗਾ, ਕਿਉਂਕਿ ਇਹਦੇ ਬਾਰੇ ਹਜੇ ਕੁਝ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੇਪਰ ਹੋਣਗੇ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਅਗਲੀ ਸਟੇਜ ਦੀ, ਜੋ 12ਵੀਂ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਸ ਵਿੱਚ ਪਹਿਲਾਂ ਫਿਕਸ ਸੀ 3 ਸਾਲ ਦਾ ਡਿਗਰੀ ਪ੍ਰੋਗਰਾਮ, ਪਰ ਹੁਣ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹਦੇ ਅੰਦਰ ਵੀ ਬਦਲਾਅ ਕੀਤਾ ਗਿਆ ਹੈ। ਹੁਣ ਫਿਕਸ ਪ੍ਰੋਗਰਾਮ ਦੀ ਜਗ੍ਹਾ ਦੇ ਉੱਤੇ ਮਲਟੀਪਲ ਐਂਟਰੀ ਐਗਜ਼ਿਟ ਪ੍ਰੋਗਰਾਮ ਲਿਆਂਦਾ ਗਿਆ ਹੈ। ਮੰਨ ਲਓ ਤੁਸੀਂ BTech ਕਰ ਰਹੇ ਹੋ, BTech ਦੇ ਵਿੱਚ ਤੁਸੀਂ ਦਾਖਲਾ ਲੈ ਲਿਆ, ਪਰ 1 ਸਾਲ ਬਾਅਦ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਤੁਸੀਂ ਇਸ ਸਬਜੈਕਟ ਨੂੰ ਪਸੰਦ ਨਹੀਂ ਕਰਦੇ, ਤੁਹਾਨੂੰ ਇਹ ਸਬਜੈਕਟ ਪਸੰਦ ਨਹੀਂ, ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਇਹਨੂੰ। ਤੁਸੀਂ 1 ਸਾਲ ਤੋਂ ਬਾਅਦ ਆਪਣੇ ਪੂਰੀ ਦੀ ਪੂਰੀ ਸਟਰੀਮ ਚੇਂਜ ਕਰ ਸਕਦੇ ਹੋ ਜਾਂ ਆਪਣੇ ਸਬਜੈਕਟ ਚੇਂਜ ਕਰ ਸਕਦੇ ਹੋ। ਤੁਸੀਂ ਮੰਨ ਲਓ BTech ਦੇ ਵਿੱਚ ਉਦੋਂ ਤੁਸੀਂ ਕਹੋਗੇ ਮੈਂ ਨਹੀਂ BTech ਕਰਨੀ, ਸੋ ਮੈਂ ਕਮਰਸ ਕਰਨੀ ਹੈ, ਤਾਂ ਜੋ ਸਬਜੈਕਟ ਤੁਸੀਂ 1 ਸਾਲ ਦੇ ਦੌਰਾਨ ਪੜ੍ਹੇ ਨੇ ਉਹਦਾ ਕ੍ਰੈਡਿਟ ਤੁਹਾਨੂੰ ਮਿਲ ਜਾਏਗਾ, ਉਹ ਤੁਹਾਡੀ ਜਿਹੜੀ ਅਗਲੀ ਡਿਗਰੀ ਵਿੱਚ ਜਿੱਥੇ ਵੀ ਤੁਸੀਂ ਦਾਖਲਾ ਲੈਤਾ ਉਹਦੇ ਵਿੱਚ ਜੋੜ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੀ ਪ੍ਰਣਾਲੀ ਪਹਿਲਾਂ ਤੋਂ ਹੀ ਵਿਕਸਿਤ ਹੈ, ਜਿਹੜੇ ਵਿਕਸਿਤ ਦੇਸ਼ ਹੈਗੇ ਨੇ ਉਹ ਵਰਤ ਰਹੇ ਨੇ। ਇਸ ਵਿੱਚ ਦੂਜੀ ਆਪਸ਼ਨ ਇਹ ਹੈ ਕਿ ਜੇਕਰ ਤੁਸੀਂ ਵਿਚਕਾਰ ਹੀ ਪੜ੍ਹਾਈ ਛੱਡ ਦਿੰਦੇ ਹੋ ਤਾਂ ਜਿੰਨਾ ਤੁਸੀਂ ਪੜ੍ਹਿਆ ਹੈ ਤੁਹਾਨੂੰ ਉਸ ਹਿਸਾਬ ਦੇ ਨਾਲ ਸਰਟੀਫਿਕੇਟ ਦੇ ਦਿੱਤਾ ਜਾਵੇਗਾ। ਜੇ ਤੁਸੀਂ 1 ਸਾਲ ਬਾਅਦ ਪੜ੍ਹਾਈ ਛੱਡ ਦਿੱਤੀ ਤਾਂ ਇਸ ਨੂੰ ਸਰਟੀਫਿਕੇਟ ਕੋਰਸ ਮੰਨ ਲਿਆ ਜਾਵੇਗਾ। ਜੇ 2 ਸਾਲ ਬਾਅਦ ਤੁਸੀਂ ਪੜ੍ਹਾਈ ਛੱਡ ਦਿੰਦੇ ਹੋ ਤਾਂ ਇਹਨੂੰ ਡਿਪਲੋਮਾ ਮੰਨ ਲੈਣਗੇ। 3 ਸਾਲ ਬਾਅਦ ਜੇ ਤੁਸੀਂ ਪੜ੍ਹਾਈ ਛੱਡ ਦਿਓ ਤਾਂ ਇਹਨੂੰ ਬੈਚਲਰ ਡਿਗਰੀ ਮੰਨਿਆ ਜਾਏਗਾ। ਜੇ ਤੁਸੀਂ 4 ਸਾਲ ਦੀ ਡਿਗਰੀ ਕਰ ਲੈਂਦੇ ਹੋ ਤਾਂ ਇਹਨੂੰ ਬੈਚਲਰ ਰਿਸਰਚ ਡਿਗਰੀ ਮੰਨਿਆ ਜਾਏਗਾ। ਜੇ ਤੁਸੀਂ 4 ਸਾਲ ਦੀ ਬੈਚਲਰ ਰਿਸਰਚ ਡਿਗਰੀ ਕਰ ਲਈ ਤਾਂ MA MCOM ਜਾਂ MSc ਦੀ ਡਿਗਰੀ ਹੈਗੀ ਜਿਹੜੀ ਉਹ 1 ਸਾਲ ਦੀ ਰਹਿ ਜਾਏਗੀ। ਜੇ 3 ਸਾਲ ਦੀ ਬੈਚਲਰ ਡਿਗਰੀ ਤੁਸੀਂ ਕੀਤੀ ਹੋਈ ਹੈ ਤਾਂ ਇਹ 2 ਸਾਲ ਦੀ ਹੋਵੇਗੀ। ਵਿਸ਼ਵ ਦੇ 100 ਤੋਂ ਜ਼ਿਆਦਾ ਕਾਲਜਾਂ ਨੂੰ ਭਾਰਤ ਦੇ ਵਿੱਚ ਆਪਣੇ ਕੈਂਪਸ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤਾਂ ਕਿ ਵਿਸ਼ਵ ਪੱਧਰੀ ਸਿੱਖਿਆ ਵਿਦਿਆਰਥੀਆਂ ਨੂੰ ਮਿਲ ਸਕੇ। ਹੁਣ ਰਾਜਨੀਤੀ ਦੇਖੋ ਇਸ ਕੰਮ ਦੇ ਵਿੱਚ, ਜਿਸ ਤਰੀਕੇ ਦੇ ਨਾਲ ਹੁਣ ਇਹ ਕਾਲਜ ਲੈ ਕੇ ਆ ਰਹੇ ਨੇ, ਇਸੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਸੀਗੇ ਸਰਦਾਰ ਮਨਮੋਹਨ ਸਿੰਘ, ਉਹਨਾਂ ਨੇ ਭਾਰਤ ਦੇ ਵਿੱਚ ਲਿਆਉਣ ਦੇ ਲਈ ਪ੍ਰਪੋਜ਼ਲ ਰੱਖਿਆ ਸੀ ਤਾਂ ਉਸ ਵੇਲੇ BJP ਨੇ ਤਾਂ ਵੱਡੇ ਪੱਧਰ ਦੇ ਉੱਪਰ ਵਿਰੋਧ ਕੀਤਾ ਸੀ। ਪਰ ਹੁਣ ਉਹੀ ਭਾਰਤੀ ਜਨਤਾ ਪਾਰਟੀ ਜਿਹੜੀ ਉਸ ਵੇਲੇ ਵਿਰੋਧ ਕਰ ਰਹੀ ਸੀਗੀ, ਉਹੀ ਹੁਣ ਇਹ ਕਾਲਜ ਭਾਰਤ ਦੇ ਵਿੱਚ ਲੈ ਕੇ ਆ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ ਵੋਕੇਸ਼ਨਲ ਐਜੂਕੇਸ਼ਨ ਦੇ ਉੱਪਰ ਵਿਸ਼ੇਸ਼ ਫੋਕਸ ਹੈ ਅਤੇ ਸਾਲ 2025 ਤੱਕ ਦੇਸ਼ ਦੇ 50% ਵਿਦਿਆਰਥੀਆਂ ਨੂੰ ਇਸ ਦਾ ਲਾਭ ਹੋਏਗਾ। ਅਧਿਆਪਕਾਂ ਦੇ ਲਈ ਸਾਲ 2022 ਤੱਕ ਪੂਰੇ ਦੇਸ਼ ਦੇ ਅੰਦਰ ਇੱਕ ਕਾਮਨ ਸਟੈਂਡਰਡ ਬਣਾਇਆ ਜਾਏਗਾ
ਅਤੇ ਇਸ ਹਿਸਾਬ ਦੇ ਨਾਲ ਅਧਿਆਪਕਾਂ ਨੂੰ ਤਿਆਰ ਕੀਤਾ ਜਾਏਗਾ। ਇਹ ਤਾਂ ਸੀ ਇਸ ਪਾਲਿਸੀ ਦਾ ਪੋਜ਼ਿਟਿਵ ਭਾਗ। ਹੁਣ ਗੱਲ ਕਰਦੇ ਹਾਂ ਇਸ ਦੇ ਨੈਗੇਟਿਵ ਭਾਗ ਦੀ, ਜਿਸ ਦੇ ਆਧਾਰ ਦੇ ਉੱਤੇ ਇਸ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ। ਜੋ ਇਸ ਦੇ ਨੁਕਸਾਨ ਨਜ਼ਰ ਆ ਰਹੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਇਸ ਵਿੱਚ ਜੇ ਸਭ ਤੋਂ ਜ਼ਿਆਦਾ ਆਲੋਚਨਾ ਕੀਤੀ ਜਾ ਰਹੀ ਹੈ ਤਾਂ ਉਹ ਹੈ ਭਾਸ਼ਾ ਦਾ ਮੁੱਦਾ। ਇਸ ਪਾਲਿਸੀ ਵਿੱਚ ਇਹ ਕਿਹਾ ਗਿਆ ਹੈ ਕਿ 5ਵੀਂ ਤੱਕ ਬੱਚੇ ਦੀ ਪੜ੍ਹਾਈ ਮਾਤ ਭਾਸ਼ਾ ਵਿੱਚ ਜਾਂ ਸੂਬੇ ਦੀ ਲੋਕਲ ਭਾਸ਼ਾ ਦੇ ਵਿੱਚ ਜਾਂ ਖੇਤਰੀ ਭਾਸ਼ਾ ਦੇ ਵਿੱਚ ਹੋਵੇਗੀ। ਜਿਵੇਂ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ ਇਹ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਕਰਵਾਈ ਜਾਵੇਗੀ। ਹੁਣ ਇਸ ਗੱਲ ਦੇ ਉੱਤੇ ਦੋ ਧੜੇ ਬਣ ਗਏ ਨੇ। ਪਹਿਲਾ ਧੜਾ ਉਹ ਹੈ ਜਿਹੜਾ ਲੰਬੇ ਸਮੇਂ ਤੋਂ ਮਾਤ ਭਾਸ਼ਾ ਦੇ ਮੁੱਦੇ ਨੂੰ ਚੁੱਕ ਰਿਹਾ ਸੀ, ਉਹ ਖੁਸ਼ ਨੇ, ਪਰ ਦੂਜੇ ਪਾਸੇ ਇਸ ਨੂੰ ਨਕਾਰਾਤਮਕ ਫੈਸਲਾ ਮੰਨਿਆ ਜਾ ਰਿਹਾ ਹੈ ਦੂਜੇ ਧੜੇ ਵੱਲੋਂ। ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਮੰਨ ਲਓ ਇੱਕ ਬੱਚਾ ਤੀਜੀ ਕਲਾਸ ਤੱਕ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ 'ਚ ਪੜ੍ਹ ਰਿਹਾ, ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਦੀ ਟਰਾਂਸਫਰ ਹੋ ਜਾਂਦੀ ਹੈ, ਜੇ ਨੌਕਰੀ ਕਰ ਰਹੇ ਨੇ ਜਾਂ ਮਾਪੇ ਉਹਦੇ ਮੁੰਬਈ ਚਲੇ ਜਾਂਦੇ ਨੇ ਤਾਂ ਉੱਥੇ ਮਹਾਰਾਸ਼ਟਰ ਸਟੇਟ ਬਣ ਜਾਂਦੀ ਹੈ। ਮਹਾਰਾਸ਼ਟਰ ਦੇ ਵਿੱਚ ਜਾ ਕੇ ਮਰਾਠੀ ਭਾਸ਼ਾ ਦੇ ਵਿੱਚ ਹੋ ਜਾਏਗੀ। ਪਰ ਮਰਾਠੀ ਭਾਸ਼ਾ 'ਚ ਬੱਚਾ ਪੜ੍ਹੇਗਾ ਕਿਵੇਂ ਜਦੋਂ ਪਹਿਲੇ ਪੰਜਾਬੀ 'ਚ ਪੜ੍ਹਦਾ ਆ ਰਿਹਾ? ਅਜਿਹੇ ਵਿੱਚ ਵਿਰੋਧ ਕਰਨ ਵਾਲਾ ਧੜਾ ਅੰਗਰੇਜ਼ੀ ਭਾਸ਼ਾ ਦੇ ਉੱਤੇ ਜ਼ੋਰ ਦੇ ਰਿਹਾ। ਉਹ ਕਹਿੰਦਾ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਜਿਹੜੀ ਸਟਾਰਟਿੰਗ ਵਾਲੀ ਐਜੂਕੇਸ਼ਨ ਉਹ ਹੋਣੀ ਚਾਹੀਦੀ ਹੈ। ਹਾਲਾਂਕਿ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਇਹ ਕੰਪਲਸਰੀ ਹੋਏਗਾ ਜਾਂ ਲੋਕਲ ਭਾਸ਼ਾ ਦੇ ਵਿੱਚ ਪੜ੍ਹਾਉਣਾ ਕੰਪਲਸਰੀ ਹੋਏਗਾ, ਪਰ ਲੋਕਾਂ ਦੇ ਅੰਦਰ ਇੱਕ ਡਰ ਬਣ ਗਿਆ ਇਹਨੂੰ ਲੈ ਕੇ। ਇਸ ਪਾਲਿਸੀ ਦਾ ਕਮਿਊਨਿਸਟ ਪਾਰਟੀ ਜਿਹੜੀ ਹੈਗੀ ਆ ਉਹ ਵੀ ਵਿਰੋਧ ਕਰ ਰਹੀ ਹੈ, ਉਹਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ। ਹੋਰ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਵੀ ਵਿਰੋਧ ਕਰ ਰਹੀਆਂ ਨੇ। ਉਹ ਕਹਿੰਦੇ ਸਿੱਖਿਆ ਦਾ ਕੇਂਦਰੀਕਰਨ ਕਰ ਦਿੱਤਾ ਗਿਆ ਹੈ, ਸੂਬਿਆਂ ਦੇ ਨਾਲ ਇਹਦੇ ਬਾਰੇ ਸਲਾਹ ਨਹੀਂ ਕੀਤੀ ਗਈ। ਇਸ ਪਾਲਿਸੀ ਵਿੱਚ ਇਹ ਕਿਹਾ ਗਿਆ ਕਿ ਅਧਿਆਪਕਾਂ ਦੀ ਜਿਹੜੀ ਟ੍ਰੇਨਿੰਗ ਹੈ ਇਹਦੇ ਲਈ ਟੀਚਰ ਟ੍ਰੇਨਿੰਗ ਬੋਰਡ ਬਣਾਇਆ ਜਾਵੇਗਾ ਅਤੇ ਇਹਦੇ ਵਿੱਚ ਕਿਸੇ ਵੀ ਸੂਬੇ ਦਾ ਕੋਈ ਇੰਟਰਫੇਰੈਂਸ ਨਹੀਂ ਹੋਏਗੀ, ਕੋਈ ਵੀ ਸੂਬਾ ਇਹਦੇ ਵਿੱਚ ਬਦਲਾਅ ਨਹੀਂ ਕਰ ਸਕੇਗਾ। ਇੱਕ ਵਿਰੋਧ ਇਹ ਵੀ ਕੀਤਾ ਜਾ ਰਿਹਾ ਹੈ ਕਿ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਪ੍ਰੈਕਟੀਕਲ ਤਰੀਕਾ ਨਹੀਂ ਦੱਸਿਆ ਗਿਆ ਕਿ ਇਸ ਨੂੰ ਲਾਗੂ ਕਿਵੇਂ ਕੀਤਾ ਜਾਏਗਾ। ਅਸਲ ਦੇ ਵਿੱਚ ਇਹਨੂੰ ਲਾਗੂ ਕਰਨ ਦਾ ਕੀ ਸਿਸਟਮ ਹੈ? ਇਹ ਬਹੁਤ ਮੁਸ਼ਕਿਲ ਸਿਸਟਮ ਹੈ ਕਿ ਇਹਨੂੰ ਲਾਗੂ ਕੀਤਾ ਜਾ ਸਕੇ। ਇਹ ਸੰਭਵ ਹੋ ਵੀ ਸਕੇਗਾ ਕਿ ਨਹੀਂ ਹੋ ਸਕੇਗਾ। ਸਰਕਾਰੀ ਸਕੂਲਾਂ ਵਿੱਚ ਤਾਂ ਹਾਲੇ ਤੱਕ ਅਧਿਆਪਕਾਂ ਦੀ ਕਮੀ ਪੂਰੀ ਨਹੀਂ ਹੋਈ। ਜੇ ਅਸੀਂ ਪ੍ਰਾਇਮਰੀ ਸਕੂਲਾਂ ਦੀ ਗੱਲ ਕਰੀਏ, ਪ੍ਰਾਇਮਰੀ ਸਕੂਲਾਂ ਦੇ ਵਿੱਚ ਸਟਾਫ ਦੀ ਜਿਹੜੀ ਕਮੀ ਆ ਬਹੁਤ ਵੱਡੇ ਲੈਵਲ 'ਤੇ ਹੈ। ਪਾਲਿਸੀ ਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਵੱਡੀਆਂ ਗੱਲਾਂ ਲਿਖੀਆਂ ਨੇ ਕਿ ਅਸੀਂ ਵੋਕੇਸ਼ਨਲ ਟ੍ਰੇਨਿੰਗ ਸਿਖਾਵਾਂਗੇ, ਪਰ ਹਕੀਕਤ ਇਹ ਹੈ ਕਿ ਸਕੂਲਾਂ ਦੇ ਅੰਦਰ ਫਰਨੀਚਰ ਨਹੀਂ ਹੈ। ਸਕੂਲਾਂ ਕੋਲ ਤਾਂ ਹਜੇ ਤੱਕ ਇਹੋ ਜਿਹੇ ਸਕੂਲ ਸਾਡੇ ਦੇਸ਼ ਦੇ ਵਿੱਚ ਨੇ, ਬਿਹਾਰ ਦੇ ਸਾਈਡ ਚਲੇ ਜਾਈਏ ਤਾਂ ਜਿੱਥੇ ਇਮਾਰਤਾਂ ਹੀ ਹੈ ਨਹੀਂ ਉਹਨਾਂ ਕੋਲੇ। ਤਾਂ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਕੀ ਸਿਸਟਮ ਹੈ? ਇਹਦੇ ਲਈ ਪੈਸਾ ਵੀ ਜਾਰੀ ਕਰ ਦਿੱਤਾ ਜਾਏਗਾ, ਲੇਕਿਨ ਪੈਸੇ ਨੂੰ ਸਹੀ ਉਪਯੋਗ ਹੋਏਗਾ ਜਾਂ ਨਹੀਂ ਹੋਏਗਾ? ਪੈਸਾ ਖੁਰਦ-ਬੁਰਦ ਹੋ ਜਾਏਗਾ ਜਾਂ ਸਿਰਫ ਕਾਗਜ਼ਾਂ ਦੇ ਵਿੱਚ ਹੀ ਮਤਲਬ ਇਹਨੂੰ ਖੁਰਦ-ਬੁਰਦ ਕਰ ਦਿੱਤਾ ਜਾਏਗਾ? ਕਿਉਂਕਿ ਜਿਹੜੇ ਸਾਡੇ ਅਧਿਕਾਰੀ ਨੇ ਉਹਦੇ ਵਿੱਚ ਕਰਪਸ਼ਨ ਬੜੇ ਵੱਡੇ ਲੈਵਲ 'ਤੇ ਹੈ। ਇਹ ਕਰਪਟ ਸਿਸਟਮ ਦੇ ਵਿੱਚ ਇਹਨੂੰ ਲਾਗੂ ਕਰਨ ਦਾ ਸਿਸਟਮ ਕੀ ਹੈ? ਇਹਦੇ ਬਾਰੇ ਦੇ ਵਿੱਚ ਹਜੇ ਤੱਕ ਕੋਈ ਸਪਸ਼ਟ ਨੀਤੀ ਨਹੀਂ ਲੈ ਕੇ ਆਈ ਸਰਕਾਰ ਨੇ ਕਿਤੇ ਵੀ ਸਪਸ਼ਟ ਨਹੀਂ ਕੀਤਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਨੂੰ ਲਾਗੂ ਕਰਾਂਗੇ। ਉਮੀਦ ਕਰਦੇ ਹਾਂ ਸਰਕਾਰ ਇਹਦੇ ਬਾਰੇ ਦੇ ਵਿੱਚ ਕੋਈ ਚੰਗੀ ਨੀਤੀ ਲੈ ਕੇ ਆਏਗੀ ਤਾਂ ਕਿ ਜਿਹੜੀ ਇਹ ਪਾਲਿਸੀ ਹੈ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਸਕੇ, ਇਹਦੇ ਨਾਲ ਲੋਕਾਂ ਨੂੰ ਲਾਭ ਹੋ ਸਕੇ। ਤਾਂ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜੀ ਸਿੱਖਿਆ ਨੀਤੀ 2020 ਦੇ ਬਾਰੇ ਸਮਝਾ ਸਕਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇਗੀ। ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਇਹੋ ਜਿਹੀਆਂ ਹੋਰ ਵੀਡੀਓਜ਼ ਮੈਂ ਤੁਹਾਡੇ ਅੱਗੇ ਰੱਖ ਸਕਾਂ। ਸਤਿ ਸ਼੍ਰੀ ਅਕਾਲ।